सत श्री अकाल जी। मैं लवप्रीत कौर हाज़र हाँ जी राजा जसवाल द्वारा लिखी गई कहानी लैके। कहानी नूं शुरू करन तो पहलां एक बेनती है जी, प्लीज़ वीडियो नूं लाइक कर दिओ जी। आओ हुण आपां शुरू करदे हां अज दी कहानी। जैला अपने घर अपने पिंड आया ते अपने घर दे बाहर खड़ा हो के गेट वल नूं ही देखी जा रहा सी। गेट ते लगे जिंदे वल ही एक तकणी नाल देखी जा रहा सी। गहरी सोच विच डुੱਬ गया सी खड़ा खड़ा। बेबे ने कहा सी, जल इत्थे काम कर ला, कोई एवें घर छड्डना जरूरी नहीं आ। लोग इत्थे भी तां कमाई जांदे आ, सवेरे जाके शाम नूं घर वापसी कर लैंदे आ। जैला सोचते सोचते पिछली जिंदगी विच गवाच गया सी। अज तो 22 साल पहलां। बेबे समझ नहीं आउंदी की करां, खेती विच तां मेरा मन लगदा नहीं। सोच रिहा शहर चला जावां, जाके कुछ उत्थे करदा। जैले दे बापू ने जदों इह सुणिया तां ओह गुस्सा हो गया। तूं अपनी बेबे दे कंन ना भर, असीं तां इत्थे रह के ही कमाई कीती आ, खेती करके ही तैनूं पढ़ाया अते तेरी भैन दा नाले चंगे घर विआह भी कीता। असीं तां कदी किहा नहीं कि साडा दिल नहीं करदा खेती नूं। पता नहीं अज कल दी पीढ़ी नूं की हो गया, मिहनत नहीं करनी, मुੱਲ सब नूं चाहीदा। जैले दा बापू करतारा बोलदा बोलदा घरों बाहर निकल गया। जैले ने फिर अपनी बेबे वल नूं देखिया। वेख पुੱਤ, साडी तां इत्थे ही निकली आ ते इत्थे ही असीं मरना। शहर ਦੀ ਜ਼ਿੰਦਗੀ ਸਾਨੂੰ ਪਸੰਦ ਨਹੀਂ ਆ। ਹੋ ਸਕਦਾ ਪੈਸਾ ਜ਼ਿਆਦਾ ਹੋਵੇ ਪਰ ਜਿੱਥੇ ਸਕੂਨ ਹੀ ਨਹੀਂ ਆ ਉੱਥੇ ਕਰਨਾ ਕੀ। ਰੇਸ਼ਮ ਕੌਰ ਨੇ ਜੈਲੇ ਨੂੰ ਸਮਝਾਉਂਦੇ ਹੋਏ ਕਿਹਾ। ਜੈਲਾ ਸੁਣਦਾ ਰਿਹਾ ਪਰ ਬੋਲਿਆ ਕੁਝ ਨਾ। ਪਰ ਜੈਲੇ ਦੇ ਮਨ ਵਿੱਚ ਸ਼ੇਰ ਦਾ ਭੂਤ ਵੜ ਚੁੱਕਾ ਸੀ। 4 ਅੱਖਰ ਪੜ੍ਹ ਜੋ ਗਿਆ ਸੀ, ਇਸ ਕਰਕੇ ਉਹ ਚਾਹੁੰਦਾ ਸੀ ਕਿ ਕੁਰਸੀ ਤੇ ਬੈਠਣ ਵਾਲਾ ਕੰਮ ਹੋਵੇ। ਜੈਲੇ ਨੇ ਮਨ ਵਿੱਚ ਫੈਸਲਾ ਕਰ ਲਿਆ ਸੀ ਕਿ ਉਹ ਖੇਤੀ ਨਹੀਂ ਕਰੂਗਾ, ਉਹ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਸ਼ਹਿਰ ਹੀ ਜਾਊਗਾ। ਰਾਤ ਨੂੰ ਰੋਟੀ ਤੇ ਫਿਰ ਜੈਲੇ ਨੇ ਆਪਣੀ ਬੇਬੇ ਨਾਲ ਗੱਲ ਕੀਤੀ। ਜੈਲੇ ਦਾ ਬਾਪੂ ਫਿਰ ਬੋਲ ਪਿਆ, ਦੇਖ ਭਾਊ, ਜਾਣਾ ਤਾਂ ਜਾ, ਸਾਡੀ ਉਮੀਦ ਨਾ ਰੱਖੀ, ਅਸੀਂ ਇੱਥੇ ਜੰਮੇ ਪਲਿਆਂ ਤਾਂ ਇੱਥੇ ਹੀ ਮਰਨਾ। ਜੈਲੇ ਨੇ ਸਮਝ ਲਿਆ ਸੀ ਕਿ ਉਸ ਦਾ ਇਹ ਫੈਸਲਾ ਆਪਣਾ ਹੈ ਤੇ ਇਸ ਵਿੱਚ ਕੋਈ ਕਿਸੇ ਦਾ ਸਾਥ ਨਹੀਂ ਆ। ਸ਼ਹਿਰ ਰਹਿੰਦੇ ਜੈਲੇ ਨੇ ਆਪਣੇ ਦੋਸਤਾਂ ਨਾਲ ਫੋਨ ਤੇ ਗੱਲ ਕਰਕੇ ਰਹਿਣ ਦਾ ਬੰਦੋਬਸਤ ਕਰ ਲਿਆ। ਜੈਲੇ ਦੀ ਮਾਂ ਨੇ ਜੈਲੇ ਨੂੰ ਕੁਝ ਪੈਸੇ ਦੇ ਕੇ ਤੋਰ ਦਿੱਤਾ। ਜੈਲਾ ਆਪਣੇ ਦੋਸਤਾਂ ਕੋਲ ਪਹੁੰਚ ਗਿਆ। 1-2 ਦਿਨ ਰੁਕ ਜੈਲੇ ਨੇ ਕੰਮ ਵੀ ਲੱਭ ਲਿਆ ਸੀ। ਪੜ੍ਹਿਆ ਲਿਖਿਆ ਹੋਣ ਕਰਕੇ ਨੌਕਰੀ ਤਾਂ ਮਿਲ ਗਈ ਸੀ। ਹੌਲੀ ਹੌਲੀ ਦਿਨ ਵੀ ਗੁਜ਼ਰਨ ਲੱਗ ਗਏ। ਜੈਲਾ 2-4 ਦਿਨ ਵਿੱਚ ਇੱਕ ਵਾਰ ਆਪਣੀ ਬੇਬੇ ਨੂੰ ਫੋਨ ਕਰ ਲੈਂਦਾ ਸੀ। ਕਾਫੀ ਦਿਨ ਬੀਤ ਚੁੱਕੇ ਸੀ, ਜੈਲਾ ਪਿੰਡ ਨਾ ਆਇਆ ਤਾਂ ਬੇਬੇ ਵੀ ਕਹਿੰਦੀ ਕਿ ਪੁੱਤ ਮਿਲ ਤਾਂ ਜਾ ਸਾਨੂੰ ਆ ਕੇ। ਜੈਲਾ ਕਹਿੰਦਾ ਸੀ, ਬੇਬੇ ਬਸ ਇੱਕ ਤਨਖਾਹ ਮਿਲ ਜਾਏ ਫਿਰ ਆਉਂਦਾ ਹਾਂ। ਪੂਰੇ 1 ਮਹੀਨੇ ਬਾਅਦ ਜੈਲਾ ਪਿੰਡ ਆਇਆ। ਤਨਖਾਹ ਮਿਲੀ ਸੀ, ਇਸ ਕਰਕੇ ਸਭ ਦੇ ਲਈ ਕੁਝ ਨਾ ਕੁਝ ਸਮਾਨ ਲੈ ਆਇਆ ਸੀ। ਜਦੋਂ ਉਹ ਬਾਪੂ ਜੀ ਕੋਲ ਗਿਆ ਤਾਂ ਬਾਪੂ ਦੇ ਅੰਦਰ ਪਿਆਰ ਤਾਂ ਸੀ ਪਰ ਗੁੱਸਾ ਵੀ ਸੀ ਜੈਲੇ ਦੇ ਫੈਸਲੇ ਨੂੰ ਲੈ ਕੇ। ਇਸ ਕਰਕੇ ਬਾਪੂ ਜੀ ਨੇ ਕੁਝ ਕਿਹਾ ਤਾਂ ਨਹੀਂ ਪਰ ਜੈਲੇ ਨੂੰ ਬਹੁਤ ਬੁਲਾਇਆ ਨਾ। ਜੈਲਾ ਆਪਣੀ ਛੁੱਟੀ ਖਤਮ ਵਾਪਸ ਪਰਤ ਗਿਆ। 2 ਦਿਨ ਲਈ ਘਰ ਦੀ ਰੌਣਕ ਆਈ ਸੀ, ਉਹ ਵਾਪਸ ਚਲੇ ਗਈਆਂ। ਜ਼ਿੰਦਗੀ ਫਿਰ ਉਵੇਂ ਹੀ ਗੁਜ਼ਰਨ ਲੱਗੀ। ਜੈਲਾ 2 ਦਿਨ ਲਈ ਮਹੀਨੇ ਬਾਅਦ ਆਉਂਦਾ ਤੇ ਫਿਰ ਵਾਪਸ ਚਲਾ ਜਾਂਦਾ। ਬਸ ਇਹੀ ਕੁਝ ਚੱਲ ਰਿਹਾ ਸੀ। ਸ਼ਹਿਰ ਰਹਿੰਦੇ ਜੈਲੇ ਦੀ ਉੱਠਣੀ ਬੈਠਣੀ ਵੀ ਕਈ ਲੋਕਾਂ ਨਾਲ ਹੋ ਗਈ। ਦਫ਼ਤਰ ਵਿੱਚ ਕੰਮ ਕਰਦੀ ਕੁੜੀ ਨਾਲ ਗੱਲਬਾਤ ਵੀ ਹੋ ਗਈ। ਸਮਾਂ ਵੀ ਆਪਣੀ ਰਫ਼ਤਾਰ ਨਾਲ ਬੀਤ ਰਿਹਾ ਸੀ। ਜੈਲੇ ਦੀ ਬੇਬੇ ਨੇ ਜਦ ਵੀ ਜੈਲੇ ਨਾਲ ਵਿਆਹ ਦੀ ਗੱਲ ਕਰਨੀ, ਜੈਲੇ ਨੇ ਟਾਲ ਦੇਣਾ ਇਹ ਕਹਿ ਕੇ, ਮੈਂ ਅਜੇ ਕੰਮਕਾਰ ਸੈੱਟ ਕਰਨਾ। ਮਹੀਨੇ ਸਾਲ ਬਦਲਦੇ ਰਹੇ। ਬੁਢਾਪੇ ਦਾ ਸਹਾਰਾ ਪੁੱਤ, ਅਗਰ ਘਰ ਨਾ ਹੋਵੇ ਤਾਂ ਉਮਰ ਤੋਂ ਪਹਿਲਾਂ ਹੀ ਬੁਢਾਪਾ ਆ ਜਾਂਦਾ ਹੈ। ਕਰਤਾਰਾ ਬਹੁਤ ਇਕੱਲਾ ਮਹਿਸੂਸ ਕਰਦਾ ਸੀ ਆਪਣੇ ਆਪ ਨੂੰ ਆਪਣੇ ਪੁੱਤ ਤੋਂ ਬਿਨਾਂ। ਬਿਮਾਰ ਵੀ ਹੋਣਾ ਤਾਂ ਕੋਈ ਹੁੰਦਾ ਨਹੀਂ ਸੀ ਕਿ ਚੱਲ ਅੱਜ ਖੇਤਾਂ ਦਾ ਕੰਮ ਕਰ ਮੈਂ ਕਰ ਦਿੰਦਾ। 3 ਸਾਲ ਹੋ ਗਏ ਸੀ ਜੈਲੇ ਨੂੰ ਸ਼ਹਿਰ ਗਏ ਨੂੰ। ਰੇਸ਼ਮ ਕੌਰ ਪੁੱਛਦੀ ਤਾਂ ਜੈਲਾ ਵਿਆਹ ਲਈ ਕੋਈ ਹਾਮੀ ਨਾ ਭਰਦਾ, ਪਰ ਸਭ ਮਾਂ ਪਿਓ ਦਾ ਚਾਅ ਹੁੰਦਾ ਕਿ ਉਸਦੇ ਘਰ ਵੀ ਨੂੰਹ ਆਵੇ ਤਾਂ ਉਹ ਆਪਣੇ ਚਾਅ ਪੂਰੇ ਕਰਨ। ਪਰ ਜੈਲਾ ਅਜੇ ਗੱਲ 'ਤੇ ਗੌਰ ਨਹੀਂ ਸੀ ਕਰ ਰਿਹਾ, ਨਾ ਹੀ ਉਹ ਘਰ ਦੱਸਦਾ ਸੀ ਕਿ ਉਸਨੇ ਕੁੜੀ ਪਸੰਦ ਕਰ ਲਈ ਆ। ਹੌਲੀ ਹੌਲੀ ਜੈਲੇ ਨੂੰ ਕੰਮ ਵਿੱਚ ਤਰੱਕੀ ਵੀ ਮਿਲਣ ਲੱਗ ਗਈ ਸੀ। ਜਦੋਂ ਰੇਸ਼ਮ ਕੌਰ ਨੇ ਜ਼ਿਆਦਾ ਹੀ ਜ਼ੋਰ ਪਾਇਆ ਤਾਂ ਜੈਲੇ ਨੇ ਘਰ ਦੱਸ ਦਿੱਤਾ ਕਿ ਉਸਨੇ ਕੁੜੀ ਪਸੰਦ ਕਰ ਲਈ ਆ ਤੇ ਕੁੜੀ ਵੀ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ। ਰੇਸ਼ਮ ਕੌਰ ਨੂੰ ਸੁਣ ਕੇ ਵਧੀਆ ਤਾਂ ਲੱਗਾ ਪਰ ਕਿਤੇ ਮਾਯੂਸ ਵੀ ਹੋ ਗਈ ਕਿ ਉਸਨੇ ਆਪ ਪਸੰਦ ਕਰ ਲਈ ਹੈ। ਪਰ ਖੈਰ ਕੋਈ ਨਹੀਂ, ਜੈਲੇ ਦੀ ਪਸੰਦ ਵੀ ਜ਼ਰੂਰੀ ਸੀ। ਜੈਲੇ ਨੇ ਵੀ ਕੁੜੀ ਨੂੰ ਦੱਸ ਦਿੱਤਾ ਕਿ ਉਸਨੇ ਘਰ ਗੱਲ ਕਰ ਦਿੱਤੀ ਹੈ। ਲਵਲੀਨ ਨੇ ਵੀ ਕੁਝ ਨਾ ਕਿਹਾ।
ਉਸਨੇ ਬਸ ਇਹੀ ਕਿਹਾ ਕਿ ਮੈਂ ਵੀ ਘਰ ਦੱਸ ਦਊਂਗੀ, ਫਿਰ ਜਲਦੀ ਘਰ ਦੇ ਮਿਲ ਲੈਣ ਤੇ ਵਿਆਹ ਦੀ ਗੱਲ ਅੱਗੇ ਚੱਲ ਪਵੇ। ਰੇਸ਼ਮ ਕੌਰ ਨੇ ਜੈਲੇ ਦੇ ਬਾਪੂ ਕਰਤਾਰ ਸਿੰਘ ਨੂੰ ਦੱਸ ਦਿੱਤਾ ਕਿ ਆਪਣੇ ਜੈਲੇ ਨੇ ਕੁੜੀ ਲੱਭ ਲਈ ਆ ਆਪਣੇ ਲਈ। ਜੈਲੇ ਦਾ ਬਾਪੂ ਪਹਿਲਾਂ ਹੀ ਜੈਲੇ ਤੇ ਨਾਰਾਜ਼ ਸੀ। ਉਸਨੂੰ ਹੋਰ ਬੁਰਾ ਲੱਗਾ ਕਿ ਆਪਣੀਆਂ ਮਰਜ਼ੀਆਂ ਕਰਦਾ ਏ ਮੁੰਡਾ, ਸਾਡੀ ਤਾਂ ਇੱਜ਼ਤ ਹੀ ਨਹੀਂ ਰਹੀ। ਹੁਣ ਜਦੋਂ ਅਗਲੇ ਮਹੀਨੇ ਜੈਲਾ ਘਰ ਆਇਆ ਤਾਂ ਉਸਨੇ ਕਿਹਾ ਆਪਣੀ ਬੇਬੇ ਨੂੰ ਕਿ ਲਵਲੀਨ ਨੇ ਵੀ ਆਪਣੇ ਘਰ ਦੱਸ ਦਿੱਤਾ, ਹੁਣ ਤੁਸੀਂ ਮਿਲ ਲਓ ਉਸਦੇ ਘਰ ਵਾਲਿਆਂ ਨੂੰ ਤੇ ਲਵਲੀਨ ਨੂੰ ਸ਼ਗਨ ਪਾ ਦਿਓ। ਜੈਲੇ ਦਾ ਬਾਪੂ ਅੰਦਰੋਂ ਬੋਲਿਆ, ਸਾਡੀ ਕੀ ਲੋੜ ਸੀ, ਇਹ ਵੀ ਆਪ ਹੀ ਕਰਾਉਣਾ ਸੀ ਜਾ ਕੇ, ਜਦ ਕੁੜੀ ਪਸੰਦ ਕਰ ਲਈ ਤਾਂ ਸਾਡੇ ਤੋਂ ਬਿਨਾਂ। ਜੈਲਾ ਕੁਝ ਵੀ ਨਾ ਬੋਲਿਆ ਕਿਉਂਕਿ ਆਪਣੇ ਬਾਪੂ ਅੱਗੇ ਬੋਲਣ ਦੀ ਹਿੰਮਤ ਨਹੀਂ ਸੀ ਕਰਦਾ। ਉਹ ਰੇਸ਼ਮ ਕੌਰ ਨੇ ਕਰਤਾਰੇ ਨੂੰ ਮਨਾ ਲਿਆ ਸੀ ਜਾਣ ਲਈ। ਅਗਲੀ ਛੁੱਟੀ ਜਾਣੀ ਕਿ ਐਤਵਾਰ ਦਾ ਦਿਨ ਰੱਖਿਆ ਸੀ ਮੁਲਾਕਾਤ ਦਾ। ਜੈਲੇ ਤੇ ਉਸਦਾ ਪਰਿਵਾਰ ਤੇ ਜੈਲੇ ਦੀ ਭੈਣ ਤੇ ਉਸਦਾ ਜੀਜਾ ਵੀ ਆ ਗਿਆ ਸੀ। ਸਾਰੇ ਤਿਆਰ ਹੋ ਕੇ ਲਵਲੀਨ ਕੇ ਘਰ ਵੱਲ ਨੂੰ ਚੱਲ ਪਏ ਸੀ। ਜਲਦੀ ਹੀ ਲਵਲੀਨ ਦੇ ਘਰ ਪਹੁੰਚ ਗਏ। ਲਵਲੀਨ ਦੇ ਪਰਿਵਾਰ ਨੇ ਸਭ ਦਾ ਸਵਾਗਤ ਕੀਤਾ, ਸਭ ਨੂੰ ਬਿਠਾਇਆ ਗਿਆ, ਆਇਆਂ ਦਾ ਮਾਣ ਆਦਰ ਪੂਰਾ ਕੀਤਾ ਗਿਆ। ਦੋਨਾਂ ਪਰਿਵਾਰਾਂ ਨੂੰ ਰਿਸ਼ਤਾ ਮਨਜ਼ੂਰ ਸੀ। ਮੁੰਡੇ ਕੁੜੀ ਨੂੰ ਸ਼ਗਨ ਦਿੱਤਾ ਗਿਆ। ਗੱਲ ਪੱਕੀ ਕਰਕੇ ਜੈਲੇ ਦਾ ਪਰਿਵਾਰ ਵਾਪਸ ਪਰਤ ਆਇਆ। ਰੇਸ਼ਮ ਕੌਰ ਨੂੰ ਲਵਲੀਨ ਦਾ ਸੁਭਾਅ ਚੰਗਾ ਲੱਗਾ। ਬਾਕੀ ਤਾਂ ਗੱਲ ਹੁਣ ਵਿਆਹ ਤੇ ਰਹਿ ਗਈ। ਦੋਨਾਂ ਪਰਿਵਾਰਾਂ ਨੇ 4 ਮਹੀਨੇ ਬਾਅਦ ਵਿਆਹ ਦੀ ਤਰੀਕ ਤੈਅ ਕਰ ਦਿੱਤੀ। ਦੇਖਦੇ ਦੇਖਦੇ ਵਿਆਹ ਦਾ ਦਿਨ ਵੀ ਆ ਗਿਆ। ਦੋਨਾਂ ਪਰਿਵਾਰਾਂ ਨੇ ਕੋਈ ਕਮੀ ਨਾ ਰੱਖੀ ਵਿਆਹ ਵਿੱਚ। ਵਿਆਹ ਕਰਵਾ ਕੇ ਜੈਲਾ ਨਵੀਂ ਬਹੂ ਨੂੰ ਘਰ ਲੈ ਆਇਆ। ਕੁਝ ਦਿਨ ਸ਼ਗਨ ਵਿਹਾਰ ਕਰਕੇ ਜੈਲਾ ਵਾਪਸ ਕੰਮ ਤੇ ਚਲਾ ਗਿਆ। ਲਵਲੀਨ ਪਿੰਡ ਰਹਿਣ ਲੱਗੀ। ਵਿਆਹ ਤੋਂ ਮਹੀਨਾ ਕੁ ਬਾਅਦ ਜੈਲੇ ਨੇ ਫਿਰ ਆਪਣੀ ਬੇਬੇ ਨੂੰ ਕਿਹਾ ਕਿ ਉਹ ਲਵਲੀਨ ਨੂੰ ਨਾਲ ਲੈ ਕੇ ਜਾਊਗਾ। ਰੇਸ਼ਮ ਕੌਰ ਦੀ ਤਾਂ ਅਜੇ ਚਾਹ ਵੀ ਨਹੀਂ ਮੁੱਕੇ ਸੀ। ਲਵਲੀਨ ਦੀ ਆਦਤ ਬਹੁਤ ਚੰਗੀ ਸੀ। ਉਹ ਰੇਸ਼ਮ ਕੌਰ ਤੇ ਕਰਤਾਰ ਸਿੰਘ ਨਾਲ ਘੁਲ ਮਿਲ ਗਈ ਸੀ। ਲਵਲੀਨ ਨੇ ਵੀ ਅਜੇ ਨਾਲ ਜਾਣ ਤੋਂ ਮਨਾ ਕਰ ਦਿੱਤਾ। ਉਸਨੇ ਕਿਹਾ ਕਿ ਮੈਂ ਅਜੇ ਇੱਥੇ ਹੀ ਰਹਿਣਾ। ਥੋੜਾ ਸਮਾਂ ਹੋਰ ਬੀਤਿਆ ਤਾਂ ਜੈਲਾ ਵੀ ਜਿੱਦ ਕਰਨ ਲੱਗਾ। ਇਸ ਵਾਰ ਲਵਲੀਨ ਨੂੰ ਵੀ ਉਸਦੀ ਮੰਨਣੀ ਪਈ। ਰੇਸ਼ਮ ਕੌਰ ਨੇ ਵੀ ਕਿਹਾ, ਧੀਏ ਤੂੰ ਚਲੀ ਜਾ ਤੇ ਆਉਂਦੇ ਜਾਂਦੇ ਰਹਿਣਾ। ਇਸ ਵਾਰ ਫਿਰ ਕਰਤਾਰ ਸਿੰਘ ਗੁੱਸੇ ਸੀ। ਆਪ ਤਾਂ ਸਾਨੂੰ ਛੱਡ ਗਿਆ ਸੀ, ਹੁਣ ਬਹੂ ਨੂੰ ਵੀ ਨਾਲ ਰੱਖੂਗਾ। ਸਾਨੂੰ ਤਾਂ ਇਸਨੇ ਪਰਾਇਆ ਹੀ ਕਰ ਦਿੱਤਾ। ਅਸੀਂ ਫਿਰ ਇੱਥੇ ਇਕੱਲੇ ਰਹਾਂਗੇ। ਹੁਣ ਫਿਰ ਉਹੀ ਸਿਲਸਿਲਾ ਸ਼ੁਰੂ ਹੋ ਗਿਆ ਸੀ। ਛੁੱਟੀ ਵਾਲੇ ਦਿਨ ਆਉਣਾ ਤੇ ਚਲੇ ਜਾਣਾ। ਬਸ ਜ਼ਿੰਦਗੀ ਇੱਦਾਂ ਗੁਜ਼ਰਨ ਲੱਗੀ। ਕਰਤਾਰ ਸਿੰਘ ਨੇ ਗੱਲ ਜਿਵੇਂ ਦਿਲ ਨੂੰ ਹੀ ਲਗਾ ਲਈ। ਉਹ ਦਿਨ ਬ ਦਿਨ ਮੰਜੇ ਤੇ ਆਈ ਜਾ ਰਿਹਾ ਸੀ। ਉਸ ਦੀ ਸਿਹਤ ਦਿਨ ਬ ਦਿਨ ਡਿੱਗੀ ਜਾ ਰਹੀ ਸੀ। ਜੈਲੇ ਨੂੰ ਫਿਕਰ ਸੀ, ਤਾਂ ਕਰਕੇ ਉਹ ਕਹਿੰਦਾ ਵੀ ਮੇਰੇ ਨਾਲ ਸ਼ਹਿਰ ਚੱਲੋ ਤੇ ਉੱਥੇ ਰਹੋ ਤੇ ਜ਼ਮੀਨ ਨੂੰ ਠੇਕੇ ਉੱਤੇ ਦੇ ਦਿੰਦੇ ਆ। ਪਰ ਜੈਲੇ ਦੇ ਬਾਪੂ ਨੇ ਆਪਣੀ ਜਿੱਦ ਨਾ ਛੱਡੀ। ਉਸਦਾ ਕਹਿਣਾ ਸੀ ਕਿ ਅਸੀਂ ਇੱਥੇ ਜੰਮੇ ਆ ਤੇ ਇੱਥੇ ਹੀ ਮਰਨਾ। ਜੈਲਾ ਇਸ ਗੱਲ ਤੋਂ ਪਰੇਸ਼ਾਨ ਤਾਂ ਸੀ, ਪਰ ਕਰੇ ਕੀ। ਜੈਲੇ ਨੇ ਲਵਲੀਨ ਨੂੰ ਪਿੰਡ ਰਹਿਣ ਭੇਜ ਦਿੱਤਾ, ਪਰ ਜੈਲੇ ਦੇ ਬਾਪੂ ਦੀ ਸਿਹਤ ਵਿੱਚ ਕੋਈ ਫਰਕ ਨਜ਼ਰ ਨਾ ਆਵੇ। ਜੈਲਾ ਬਹੁਤ ਪਰੇਸ਼ਾਨ ਸੀ, ਕਰੇ ਕੀ। ਕੰਮਕਾਰ ਵੀ ਸੈੱਟ ਹੋ ਗਿਆ ਸੀ। ਜੈਲਾ ਆਪਣਾ ਕੰਮ ਸੈੱਟ ਕਰਨ ਦੇ ਚੱਕਰ ਵਿੱਚ ਸੀ, ਪਰ ਬਾਪੂ ਵੱਲ ਵੀ ਧਿਆਨ ਸੀ ਉਸਦਾ। ਲਵਲੀਨ ਦੇ ਆਉਣ ਨਾਲ ਵੀ ਕੋਈ ਫਰਕ ਨਾ ਪਿਆ। ਲਵਲੀਨ ਨੂੰ ਆਏ ਅਜੇ 1 ਮਹੀਨਾ ਹੀ ਹੋਇਆ ਸੀ ਪਿੰਡ ਕਿ ਕਰਤਾਰ ਸਿੰਘ ਨੇ ਵੀ ਜ਼ਿੰਦਗੀ ਦਾ ਸਾਥ ਛੱਡ ਦਿੱਤਾ। ਕਰਤਾਰ ਨੇ ਗੱਲ ਦਿਲ ਤੇ ਲਗਾ ਲਈ ਸੀ ਕਿ ਉਸਦਾ ਇੱਕ ਬੇਟਾ ਹੀ ਆ, ਉਹ ਵੀ ਉਸ ਤੋਂ ਦੂਰ ਸ਼ਹਿਰ ਵਿੱਚ ਰਹਿੰਦਾ, ਮੇਰੇ ਕੋਲ ਨਹੀਂ। ਘਰ ਵਿੱਚ 70 ਵਿਛ ਚੁੱਕੇ ਸੀ। ਲਵਲੀਨ ਨੇ ਨਾਲ ਹੀ ਫੋਨ ਕਰ ਦਿੱਤਾ ਜੈਲੇ ਨੂੰ ਵੀ। ਜਿਸ ਚੀਜ਼ ਦਾ ਡਰ ਸੀ ਉਹੀ ਹੋ ਗਿਆ। ਜੈਲੇ ਨੇ ਵੀ ਕੋਈ ਦੇਰੀ ਨਾ ਕੀਤੀ ਪਿੰਡ ਪਹੁੰਚਣ ਵਿੱਚ। ਆਉਂਦੇ ਹੀ ਦੇਖਿਆ ਬਾਪੂ ਨੂੰ ਬਾਹਰ ਵਿਹੜੇ ਵਿੱਚ ਮੰਜੇ ਉੱਪਰ ਪਾਇਆ ਸੀ ਤੇ ਬੇਬੇ ਰੋਈ ਹੀ ਜਾ ਰਹੀ ਸੀ। ਲਵਲੀਨ ਬੇਬੇ ਨੂੰ ਸੰਭਾਲ ਰਹੀ ਸੀ, ਪਰ ਉਸਦੇ ਤਾਂ ਸਿਰ ਦਾ ਸਾਈਂ ਉੱਠ ਗਿਆ ਸੀ। ਉਹ ਕਿੰਨਾ ਕੁ ਸਬਰ ਕਰੇ। ਕਈ ਰਿਸ਼ਤੇਦਾਰ ਵੀ ਪਹੁੰਚ ਗਏ ਸੀ। ਰੇਸ਼ਮ ਕੌਰ ਬਸ ਇੱਕ ਹੀ ਗੱਲ ਕਹੀ ਜਾ ਰਹੀ ਸੀ, ਤੁਸੀਂ ਮੈਨੂੰ ਇਕੱਲਾ ਛੱਡ ਗਏ। ਜੈਲੇ ਨੂੰ ਇਹ ਗੱਲ ਕਿਤੇ ਨਾ ਕਿਤੇ ਟੁੰਬ ਰਹੀ ਸੀ। ਉਹ ਸਮਝ ਰਿਹਾ ਸੀ ਕਿ ਕਿਤੇ ਨਾ ਕਿਤੇ ਉਸਦੀ ਵੀ ਗਲਤੀਆਂ ਨੇ। ਜੈਲਾ ਖੁਦ ਆਪਣੇ ਬਾਪੂ ਨੂੰ ਲਿਪਟ ਕੇ ਰੋ ਰਿਹਾ ਸੀ। ਜੈਲੇ ਦੀ ਭੈਣ ਵੀ ਆ ਚੁੱਕੀ ਸੀ। ਰਿਸ਼ਤੇਦਾਰਾਂ ਤੇ ਗਲੀ ਗਵਾਂਢ ਦੇ ਲੋਕਾਂ ਨੇ ਜ਼ੋਰ ਪਾਇਆ ਕਿ ਹੁਣ ਦੇਰੀ ਨਾ ਕਰੋ, ਨਹਾ ਕੇ ਸੰਸਕਾਰ ਕਰ ਦੇਵੋ। ਹੌਲੀ ਹੌਲੀ ਸੰਸਕਾਰ ਵੀ ਹੋ ਗਿਆ। 13 ਦਿਨ ਬਾਅਦ ਕਿਰਿਆ ਦੀ ਤਰੀਕ ਤੈਅ ਹੋਈ। ਹੁਣ ਰੋਜ਼ ਘਰ ਵਿੱਚ ਮਕਾਨਾਂ ਆ ਰਹੀਆਂ ਸੀ।
ਜੈਲੇ ਦੀ ਬੇਬੇ ਤਾਂ ਵਿਚਾਰੀ ਬੁੱਝ ਹੀ ਗਈ ਸੀ। ਘਰ ਦਾ ਹਰ ਕੋਨਾ ਰੋ ਰਿਹਾ ਸੀ। ਸਮੇਂ ਦੇ ਨਾਲ ਸਭ ਕੰਮ ਨਿਬੜ ਗਏ, ਭੋਗ ਵੀ ਪੈ ਗਿਆ। ਹੁਣ ਸਵਾਲ ਫਿਰ ਉਹੀ ਸੀ ਕਿ ਜੈਲਾ ਰਹੂਗਾ ਕਿੱਥੇ। ਲਵਲੀਨ ਜੈਲੇ ਨੂੰ ਸਮਝਾ ਰਹੀ ਸੀ ਕਿ ਤੁਸੀਂ ਵੀ ਪਿੰਡ ਹੀ ਆ ਜਾਓ, ਇੱਥੇ ਬਹੁਤ ਖੇਤੀ ਹੈ, ਸਾਡਾ ਬਹੁਤ ਸੋਹਣਾ ਘਰ ਚੱਲ ਜਾਣਾ ਹੈ। ਪਰ ਜੈਲੇ ਨੇ ਜਿਹੜਾ ਕੰਮ ਸੈੱਟ ਕੀਤਾ ਸੀ ਉਸ ਨੂੰ ਉਹ ਛੱਡ ਨਹੀਂ ਸੀ ਪਾ ਰਿਹਾ। ਜੈਲੇ ਨੇ ਆਪਣੀ ਭੈਣ ਨੂੰ ਸਮਝਾਇਆ ਕਿ ਉਹ ਬੇਬੇ ਨੂੰ ਮਨਾ ਲਵੇ ਮੇਰੇ ਨਾਲ ਸ਼ਹਿਰ ਜਾਣ ਨੂੰ। ਜੈਲੇ ਦੀ ਭੈਣ ਨੇ ਜਦੋਂ ਆਪਣੀ ਬੇਬੇ ਨਾਲ ਗੱਲ ਕੀਤੀ ਤਾਂ ਉਹ ਤਿਆਰ ਨਹੀਂ ਸੀ। ਉਸ ਦਾ ਕਹਿਣਾ ਸੀ, ਜੈਲੇ ਦਾ ਬਾਪੂ ਇੱਥੇ ਹੀ ਆ, ਮੈਂ ਉਸ ਨੂੰ ਛੱਡ ਕੇ ਨਹੀਂ ਜਾਣਾ, ਇਹ ਚਲਾ ਜਾਵੇ ਬਸ। ਦਿਨ ਗੁਜ਼ਰਦੇ ਗਏ। 1 ਮਹੀਨੇ ਬਾਅਦ ਜੈਲਾ ਇਕੱਲਾ ਹੀ ਚਲਾ ਗਿਆ ਆਪਣੇ ਕੰਮ ਤੇ ਲਵਲੀਨ ਬੇਬੇ ਕੋਲ ਹੀ ਰੁਕ ਗਈ। ਜੈਲਾ ਹੁਣ ਹਰ ਹਫ਼ਤੇ ਘਰ ਆ ਜਾਂਦਾ ਸੀ। 3 ਕੁ ਮਹੀਨੇ ਗੁਜ਼ਰੇ ਤਾਂ ਲਵਲੀਨ ਨੇ ਵੀ ਖੁਸ਼ਖਬਰੀ ਦੇ ਦਿੱਤੀ ਕਿ ਉਹ ਮਾਂ ਬਣਨ ਵਾਲੀ ਹੈ। ਇੱਕ ਵਾਰ ਫਿਰ ਰੇਸ਼ਮ ਕੌਰ ਦੇ ਮੂੰਹ 'ਤੇ ਹਾਸਾ ਆਉਣ ਲੱਗਾ। ਉਹ ਹੋਰ ਵੀ ਲਵਲੀਨ ਦਾ ਧਿਆਨ ਰੱਖਣ ਲੱਗੀ। ਉਹ ਕਹਿੰਦੀ ਸੀ ਕਿ ਜੈਲੇ ਦਾ ਬਾਪੂ ਵਾਪਸ ਆਊਗਾ। ਹੁਣ ਜੈਲੇ ਨੂੰ ਵੀ ਲੱਗਣ ਲੱਗਾ ਕਿ ਵਧੀਆ ਮੌਕਾ ਹੈ ਬੇਬੇ ਨੂੰ ਮਨਾ ਕੇ ਸ਼ਹਿਰ ਲੈ ਜਾਵਾਂ। ਜੈਲੇ ਨੇ ਫਿਰ ਕੋਸ਼ਿਸ਼ ਕੀਤੀ ਕਿ ਬੇਬੇ ਤੁਸੀਂ ਇੱਥੇ ਦੋਵੇਂ ਕਿਵੇਂ ਰਹੋਗੀਆਂ, ਰਾਤ ਨੂੰ ਕਿਤੇ ਲੋੜ ਪੈ ਗਈ ਤੇ ਕਿੱਥੇ ਜਾਓਗੇ। ਜੈਲੇ ਦੀ ਗੱਲ ਨੇ ਇੱਕ ਵਾਰ ਤਾਂ ਰੇਸ਼ਮ ਕੌਰ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਜੈਲੇ ਨੇ ਲਵਲੀਨ ਨੂੰ ਕਿਹਾ ਕਿ ਉਹ ਬੇਬੇ ਨੂੰ ਮਨਾਵੇ, ਪਰ ਲਵਲੀਨ ਨਹੀਂ ਸੀ ਚਾਹੁੰਦੀ ਬੇਬੇ 'ਤੇ ਜ਼ੋਰ ਪਾਉਣਾ। ਫਿਰ ਵੀ ਮਨ ਮਾਰ ਕੇ ਉਸਨੇ ਬੇਬੇ ਨੂੰ ਕਿਹਾ ਤਾਂ ਬੇਬੇ ਨੇ ਲਵਲੀਨ ਕਰਕੇ ਹਾਂ ਕਰ ਦਿੱਤੀ ਤੇ ਨਾਲ ਕਿਹਾ ਕਿ ਬੱਚੇ ਤੋਂ ਬਾਅਦ ਅਸੀਂ ਪਿੰਡ ਆ ਜਾਣਾ ਹੈ। ਜੈਲਾ ਤਿਆਰ ਹੋ ਗਿਆ ਕਿਉਂਕਿ ਉਸਨੂੰ ਪਤਾ ਸੀ ਕਿ ਇੱਕ ਵਾਰ ਬੇਬੇ ਨਾਲ ਚਲੀ ਗਈ ਤਾਂ ਮੈਂ ਮਨਾ ਲੈਣਾ ਉੱਥੇ ਰਹਿਣ ਨੂੰ। ਰੇਸ਼ਮ ਕੌਰ ਜਦੋਂ ਜਾਣ ਲੱਗੇ ਆਪਣੇ ਹੱਥੀਂ ਘਰ ਦੇ ਗੇਟ ਨੂੰ ਜਿੰਦਾ ਲਗਾਇਆ ਤਾਂ ਉਸਦੇ ਅੱਥਰੂ ਨਿਕਲ ਆਏ। ਉਸਨੂੰ ਲੱਗਾ ਕਿ ਉਹ ਜੈਲੇ ਦੇ ਬਾਪੂ ਨੂੰ ਇਕੱਲਾ ਛੱਡ ਕੇ ਜਾ ਰਹੀ ਆ। ਲਵਲੀਨ ਨੇ ਬੇਬੇ ਨੂੰ ਸੰਭਾਲਦੇ ਹੋਏ ਹੌਸਲਾ ਦਿੱਤਾ ਕਿ ਤੁਸੀਂ ਚਲੋ, ਅਸੀਂ ਇੱਕ ਦਿਨ ਇੱਥੇ ਵਾਪਸ ਜਲਦੀ ਆਵਾਂਗੇ। ਜੈਲੇ ਨੇ ਸ਼ਹਿਰ ਆਪਣਾ ਕੰਮ ਵੀ ਸ਼ੁਰੂ ਕਰ ਲਿਆ ਸੀ। ਕੰਮ ਵਧੀਆ ਚੱਲਣ ਲੱਗ ਪਿਆ ਸੀ। ਲਵਲੀਨ ਦੀ ਡਿਲੀਵਰੀ ਦਾ ਦਿਨ ਵੀ ਨੇੜੇ ਆ ਰਿਹਾ ਸੀ। ਘਰ ਵਿੱਚ ਖੁਸ਼ੀਆਂ ਦਾ ਇੰਤਜ਼ਾਰ ਬਹੁਤ ਬੇਸਬਰੀ ਨਾਲ ਹੋ ਰਿਹਾ ਸੀ। ਜੈਲਾ ਆਪਣੀ ਬੇਬੇ ਨੂੰ ਸ਼ਹਿਰ ਤਾਂ ਲੈ ਆਇਆ ਸੀ ਪਰ ਘਰ ਨੂੰ ਤਾਂ ਜਿੰਦਾ ਲੱਗ ਗਿਆ ਸੀ। ਰੇਸ਼ਮ ਕੌਰ ਰੋਜ਼ ਘਰ ਨੂੰ ਯਾਦ ਕਰਦੀ ਸੀ। ਸ਼ਹਿਰ ਵਿੱਚ ਬੀਤਣ ਲੱਗੇ ਸਮੇਂ ਦੇ ਨਾਲ ਲਵਲੀਨ ਨੇ ਵੀ ਇੱਕ ਬਹੁਤੇ ਪਿਆਰੇ ਬੱਚੇ ਨੂੰ ਜਨਮ ਦਿੱਤਾ। ਬੇਟਾ ਹੋਣ 'ਤੇ ਘਰ 'ਚ ਬਹੁਤ ਖੁਸ਼ੀ ਸੀ ਤੇ ਦਾਦੀ ਰੇਸ਼ਮ ਕੌਰ ਤਾਂ ਬਹੁਤ ਚਾਅ ਕਰ ਰਹੀ ਸੀ ਕਿਉਂਕਿ ਉਸਨੂੰ ਲੱਗਦਾ ਸੀ ਕਿ ਕਰਤਾਰ ਸਿੰਘ ਹੀ ਵਾਪਸ ਆ ਗਿਆ ਹੈ। ਬੱਚੇ ਦਾ ਨਾਮ ਵੀ ਦਾਦੇ ਦੇ ਨਾਮ ਤੋਂ ਰੱਖਿਆ ਗਿਆ, ਗੁਰਕਰਤਾਰ। ਜੈਲਾ ਹੁਣ ਫਿਰ ਸੋਚਣ ਲੱਗਾ ਕਿ ਬੇਬੇ ਨੇ ਜਿੱਦ ਕਰਨੀ ਆ ਵਾਪਸ ਪਿੰਡ ਮੁੜਨ ਦੀ। 1.25 ਮਹੀਨੇ ਬਾਅਦ ਰੇਸ਼ਮ ਕੌਰ ਨੇ ਕਹਿ ਹੀ ਦਿੱਤਾ ਜੈਲੇ ਨੂੰ ਕਿ ਚੱਲ ਹੁਣ ਸਾਨੂੰ ਪਿੰਡ ਛੱਡ ਆ, ਇੰਨੇ ਸਮੇਂ ਤੋਂ ਉੱਥੇ ਜਿੰਦਾ ਲਟਕ ਰਿਹਾ ਹੈ। ਜੈਲੇ ਨੇ ਕਿਹਾ ਹੈ ਬੇਬੇ ਛੱਡ ਆਉਂਦਾ ਹਾਂ, ਪਰ ਤੁਸੀਂ ਦੋਨੋਂ ਔਰਤਾਂ ਤੇ ਇੰਨਾ ਛੋਟਾ ਬੱਚਾ, ਬੇਬੇ ਪਿੰਡ ਵਿੱਚ ਤਾਂ ਕੋਈ ਸਹੂਲਤ ਵੀ ਨਹੀਂ ਆ। ਰੇਸ਼ਮ ਕੌਰ ਨੇ ਵੀ ਅੱਗਿਓਂ ਜਵਾਬ ਦਿੱਤਾ ਤੁਸੀਂ ਉਹੀ ਬਗੈਰ ਸਹੂਲਤਾਂ ਵਾਲੇ ਪਿੰਡ ਵਿੱਚ ਹੀ ਪਲੇ ਹੋ, ਕੁਝ ਨਹੀਂ ਹੁੰਦਾ। ਹੁਣ ਜੈਲਾ ਅੱਗਿਓਂ ਕੀ ਕਹੇ ਸਮਝ ਨਾ ਆਵੇ। ਬੇਬੇ ਸਾਡੀ ਗੱਲ ਹੋਰ ਸੀ, ਉਹ ਸਮੇਂ ਵਧੀਆ ਸੀ। ਅੱਜ ਕੱਲ੍ਹ ਦੇ ਜਵਾਕ ਤਾਂ ਡਾਕਟਰਾਂ ਤੋਂ ਬਿਨਾਂ ਕਿੱਥੇ ਠੀਕ ਰਹਿੰਦੇ ਆ। ਦੇਖ ਜੈਲੇ ਬਹਾਨੇ ਨਾ ਬਣਾ, ਤੇਰੇ ਕਹਿਣ 'ਤੇ ਮੈਂ ਆ ਗਈ ਸੀ, ਹੁਣ ਤੇਰੀ ਮੈਂ ਸੁਣਨੀ ਨਹੀਂ ਆ। ਜੈਲਾ ਸੀ ਚਿੰਤਾ ਵਿੱਚ, ਉਹ ਕੀ ਕਰੇ। ਉਸਨੂੰ ਪਤਾ ਸੀ ਲਵਲੀਨ ਵੀ ਬੇਬੇ ਦਾ ਦਿਲ ਨਹੀਂ ਸੀ ਤੋੜਨਾ ਚਾਹੁੰਦੀ। ਖੈਰ ਛੁੱਟੀ ਵਾਲੇ ਦਿਨ ਜੈਲਾ ਬੇਬੇ, ਲਵਲੀਨ ਤੇ ਬੱਚੇ ਨੂੰ ਪਿੰਡ ਲੈ ਗਿਆ। ਪਿੰਡ ਜਦੋਂ ਰੇਸ਼ਮ ਕੌਰ ਨੇ ਜਿੰਦਾ ਲੱਗਿਆ ਦੇਖਿਆ ਤਾਂ ਇੱਕ ਵਾਰ ਫਿਰ ਉਸਦੇ ਦਿਲ ਨੂੰ ਹੌਲ ਜਿਹਾ ਪਿਆ। ਜਲਦੀ ਨਾਲ ਜਿੰਦਾ ਖੋਲ੍ਹ ਉਹ ਅੰਦਰ ਵੜੀ ਤੇ ਦੇਖਿਆ ਕਿ ਘਰ ਵਿੱਚ ਬਹੁਤ ਗੰਦ ਪਿਆ ਹੋਇਆ ਹੈ। ਜੈਲੇ ਨੇ ਗੰਦ ਪਿਆ ਦੇਖਿਆ ਤਾਂ ਉਹ ਫਿਰ ਕਹਿਣ ਲੱਗਾ ਬੇਬੇ ਇੱਥੇ ਰਹਿਣਾ ਅਜੇ ਔਖਾ ਏ, ਹੁਣ ਸ਼ਾਮ ਤੱਕ ਇੱਥੇ ਰੁਕ ਜਾਂਦੇ ਆ, ਫਿਰ ਅਗਲੇ ਹਫ਼ਤੇ ਮੈਂ ਇਕੱਲਾ ਆ ਕੇ ਕਿਸੇ ਕੋਲੋਂ ਸਾਰੀ ਸਫਾਈ ਕਰਵਾ ਦਊਂਗਾ। ਹੁਣ ਬੱਚੇ ਨਾਲ ਰਹਿਣਾ ਔਖਾ ਏ, ਤੁਸੀਂ ਸੋਚੋ। ਇਹ ਸੋਚ ਕੇ ਤਾਂ ਰੇਸ਼ਮ ਕੌਰ ਨੂੰ ਵੀ ਆਪਣੇ ਪੋਤੇ ਦੀ ਫਿਕਰ ਹੋਈ। ਉਹ ਜੈਲੇ ਦੀ ਗੱਲ ਮੰਨ ਫਿਰ ਸ਼ਹਿਰ ਵਾਪਸ ਜਾਣ ਨੂੰ ਤਿਆਰ ਹੋ ਗਈ। ਸ਼ਾਮ ਤੱਕ ਘਰ ਰਹਿ ਕੇ ਗਲੀ ਗਵਾਂਢ ਨਾਲ ਕੁਝ ਗੱਲਾਂ ਕਰਨ ਤੋਂ ਬਾਅਦ ਉਹ ਵਾਪਸ ਸ਼ਹਿਰ ਵੱਲ ਨੂੰ ਮੁੜ ਆਏ। ਸ਼ਹਿਰ ਜਾ ਕੇ ਜੈਲੇ ਨੇ ਪਹਿਲਾਂ ਹੀ ਸੋਚਿਆ ਹੋਇਆ ਸੀ ਕਿ ਮੈਂ ਅਗਲੇ ਹਫ਼ਤੇ ਕੰਮ ਦਾ ਬਹਾਨਾ ਬਣਾ ਕੇ ਪਿੰਡ ਨਹੀਂ ਜਾਣਾ।
ਹੌਲੀ ਹੌਲੀ ਦਿਨ ਗੁਜ਼ਰਨ ਲੱਗੇ। ਰੇਸ਼ਮ ਕੌਰ ਰੋਜ਼ ਜੈਲੇ ਨੂੰ ਕਹਿੰਦੀ ਸੀ, ਪਰ ਜੈਲਾ ਟਾਲ ਦਿੰਦਾ ਸੀ। ਲਵਲੀਨ ਵੀ ਜੈਲੇ ਨੂੰ ਕਹਿੰਦੀ ਕਿ ਉਹ ਬੇਬੇ ਦਾ ਮਨ ਨਾ ਦੁਖਾਵੇ, ਉਹਨਾਂ ਨੂੰ ਪਿੰਡ ਵਾਲਾ ਮੋਹ ਨਾ ਤੋੜੇ। ਪਰ ਜੈਲਾ ਆਪਣੀ ਬੇਬੇ ਦੀ ਫਿਕਰ ਕਰਦਾ ਸੀ ਕਿ ਪਿੰਡ ਇਕੱਲੇ ਕਿੱਦਾਂ ਰਹਿਣਗੇ। ਉਸਨੂੰ ਵੀ ਫਿਕਰ ਸੀ ਕਿ ਪਿੰਡ ਕੋਈ ਖਿਆਲ ਰੱਖਣ ਵਾਲਾ ਨਹੀਂ ਆ। ਦਿਨ, ਹਫ਼ਤੇ, ਮਹੀਨੇ ਗੁਜ਼ਰਨ ਲੱਗੇ। ਸਮੇਂ ਦੇ ਨਾਲ ਰੇਸ਼ਮ ਕੌਰ ਦੀ ਜਿੱਦ ਅੱਗੇ ਉਹ ਘਰ ਆ ਗਈ ਸੀ। ਉਹ ਆਪਣੇ ਪੋਤੇ ਨਾਲ ਸਮਾਂ ਬਿਤਾਉਣ ਵਿੱਚ ਜ਼ਿਆਦਾ ਰਹਿਣ ਲੱਗੀ। ਜੈਲਾ ਵੀ ਬੇਫਿਕਰ ਜਿਹਾ ਹੋਈ ਜਾਂਦਾ ਸੀ, ਪਰ ਰੇਸ਼ਮ ਕੌਰ ਆਪਣੇ ਦਿਲ ਵਿੱਚ ਇਹ ਚੀਜ਼ਾਂ ਛੁਪਾਈ ਜਾ ਰਹੀ ਸੀ। ਰੋਜ਼ ਉਸਦੇ ਦਿਲ ਉੱਤੇ ਬੋਝ ਬਣਦਾ ਜਾ ਰਿਹਾ ਸੀ, ਪਰ ਹੁਣ ਉਸਨੇ ਜੈਲੇ ਨੂੰ ਦੱਸਣਾ ਬੰਦ ਕਰ ਦਿੱਤਾ ਸੀ। ਖੈਰ, ਸਮੇਂ ਦੀ ਰਫ਼ਤਾਰ ਆਪਣੇ ਹਿਸਾਬ ਨਾਲ ਚੱਲੀ ਜਾਂਦੀ ਸੀ। ਗੁਰਕਰਤਾਰ ਵੀ ਵੱਡਾ ਹੋਈ ਜਾਂਦਾ ਸੀ। ਹੁਣ ਤੱਕ ਰੇਸ਼ਮ ਕੌਰ ਸਮਝ ਚੁੱਕੀ ਸੀ ਕਿ ਜੈਲਾ ਉਸਨੂੰ ਇਕੱਲਾ ਪਿੰਡ ਨਹੀਂ ਛੱਡਣਾ ਚਾਹੁੰਦਾ। ਨਾਲੇ ਹੁਣ ਮੈਂ ਆ ਉਮਰੇ ਬਿਨਾਂ ਬੱਚਿਆਂ ਦੇ ਇਕੱਲੇ ਪਿੰਡ ਵਿੱਚ ਕੀ ਕਰੂੰਗੀ। ਵਧੀਆ ਹੈ ਹੁਣ ਪੂਰੇ ਪਰਿਵਾਰ ਨਾਲ ਹੀ ਸਮਾਂ ਬਿਤਾਵਾਂ। ਇਹ ਗੱਲਾਂ ਮਨ ਨੂੰ ਸਮਝਾ ਕੇ ਰੇਸ਼ਮ ਕੌਰ ਆਪਣੇ ਮਨ ਨੂੰ ਦਿਲਾਸਾ ਦੇ ਰਹੀ ਸੀ। ਬਸ ਵੈਸੇ ਉਸਨੂੰ ਦੁੱਖ ਬਹੁਤ ਸੀ ਕਿ ਉਹ ਆਪਣੇ ਘਰ ਤੇ ਘਰ ਵਾਲੀ ਕੋਲੋਂ ਅਲੱਗ ਹੈ। ਜੈਲਾ ਵੀ ਥੋੜ੍ਹਾ ਚਿੰਤਾ ਮੁਕਤ ਹੋ ਗਿਆ ਸੀ, ਕਿਉਂਕਿ ਰੇਸ਼ਮ ਕੌਰ ਹੁਣ ਪਿੰਡ ਜਾਣ ਨੂੰ ਨਹੀਂ ਸੀ ਕਹਿੰਦੀ। ਪਰ ਜੈਲੇ ਨੂੰ ਕਿਤੇ ਨਾ ਕਿਤੇ ਚਿੰਤਾ ਜ਼ਰੂਰ ਸੀ ਕਿ ਉਸਦੀ ਬੇਬੇ ਕੋਈ ਪਰੇਸ਼ਾਨੀ ਆਪਣੇ ਦਿਮਾਗ 'ਤੇ ਨਾ ਲੈ ਲਵੇ। ਰੇਸ਼ਮ ਕੌਰ ਆਪਣਾ ਜ਼ਿਆਦਾ ਸਮਾਂ ਆਪਣੇ ਪੋਤੇ ਨਾਲ ਹੀ ਬਿਤਾਉਂਦੀ ਆ, ਪਰ ਮਨ ਅੰਦਰ ਇੱਕ ਗੱਲ ਘਰ ਕਰ ਲੈਂਦੀ ਆ ਕਿ ਸ਼ਾਇਦ ਉਹ ਕਦੀ ਪਿੰਡ ਵਾਪਸ ਨਹੀਂ ਜਾ ਸਕਦੀ। ਹੁਣ ਤਾਂ ਮਹੀਨੇ ਵੀ ਸਾਲਾਂ ਵਿੱਚ ਗੁਜ਼ਰਨ ਲੱਗੇ। ਜੈਲਾ ਮਹੀਨੇ ਵਿੱਚ ਇੱਕ ਵਾਰੀ ਬੇਬੇ ਨੂੰ ਨਾਲ ਲੈ ਕੇ ਪਿੰਡ ਚੱਕਰ ਲਗਾ ਆਉਂਦਾ। ਜੈਲਾ ਆਪਣੇ ਬੇਬੇ ਦੇ ਦਿਲ ਦੀ ਤਕਲੀਫ ਤੋਂ ਬੇਖਬਰ ਸੀ। ਹੁਣ ਤਾਂ ਘਰ ਨੂੰ ਲੱਗਾ ਜਿੰਦਾ ਵੀ ਹੁਣ ਜੰਗਾਲ ਖਾਣ ਲੱਗਾ ਸੀ। ਕਹਿੰਦੇ ਆ ਨਾ, ਜਲਦੀ ਘਰ ਮੁੜ ਆਓ, ਨਹੀਂ ਤਾਂ ਚਾਬੀਆਂ ਵੀ ਜਵਾਬ ਦੇ ਦਿੰਦੀਆਂ। ਰੇਸ਼ਮ ਕੌਰ ਵੀ ਥੋੜ੍ਹਾ ਥੋੜ੍ਹਾ ਬਿਮਾਰ ਰਹਿਣ ਲੱਗੀ, ਕਿਉਂਕਿ ਪਿੰਡ ਜਾਣ ਦੀ ਤਾਂਘ ਨੇ ਰੇਸ਼ਮ ਕੌਰ ਨੂੰ ਅੱਧਾ ਕਰਕੇ ਰੱਖ ਦਿੱਤਾ ਸੀ। ਜੈਲਾ ਆਪਣੇ ਕਾਰੋਬਾਰ ਵਿੱਚ ਜ਼ਿਆਦਾ ਹੀ ਵਿਅਸਤ ਰਹਿਣ ਲੱਗ ਗਿਆ ਸੀ। ਤਰੱਕੀਆਂ ਵੱਲ ਨੂੰ ਜਾ ਰਿਹਾ ਸੀ, ਇਸ ਕਰਕੇ ਉਹ ਰੁਕਣਾ ਨਹੀਂ ਸੀ ਚਾਹੁੰਦਾ। ਸਮੇਂ ਬੀਤ ਜਾਣ ਨਾਲ ਰੇਸ਼ਮ ਕੌਰ ਦੀ ਸਿਹਤ ਵਿਗੜ ਗਈ। ਲਵਲੀਨ ਖਿਆਲ ਤਾਂ ਰੱਖ ਰਹੀ ਸੀ, ਪਰ ਸੁਧਾਰ ਨਹੀਂ ਸੀ ਆ ਰਿਹਾ। ਲਵਲੀਨ ਨੇ ਸੇਵਾ ਵਿੱਚ ਕੋਈ ਕਮੀ ਨਹੀਂ ਛੱਡੀ। ਰੇਸ਼ਮ ਕੌਰ ਨੂੰ ਇੱਕ ਗੱਲ ਸਮਝ ਆ ਗਈ ਸੀ ਕਿ ਸ਼ਾਇਦ ਹੁਣ ਉਹ ਦੁਨੀਆ ਤੋਂ ਚਲੇ ਜਾਵੇਗੀ। ਉਸਨੇ ਇੱਕ ਦਿਨ ਜੈਲੇ ਨੂੰ ਤੇ ਲਵਲੀਨ ਨੂੰ ਬੁਲਾ ਕੇ ਕਿਹਾ, ਜੈਲੇ ਪੁੱਤ, ਮੇਰੇ ਦਿਨ ਜ਼ਿਆਦਾ ਨਹੀਂ ਆ ਇਸ ਦੁਨੀਆ ਵਿੱਚ, ਪਰ ਮੈਂ ਚਾਹੁੰਦੀ ਹਾਂ ਕਿ ਤੂੰ ਮੇਰਾ ਸੰਸਕਾਰ ਇੱਥੇ ਨਾ ਕਰੇ, ਆਪਣੇ ਪਿੰਡ ਕਰੇ। ਮੈਂ ਮਰ ਚਾਹੇ ਇੱਥੇ ਜਾਵਾਂ, ਪਰ ਮੈਨੂੰ ਜਲਾਉਣਾ ਪਿੰਡ ਹੀ ਆ ਜਿੱਥੇ ਤੇਰੇ ਬਾਪੂ ਨੂੰ ਜਲਾਇਆ ਗਿਆ ਸੀ। ਜੈਲਾ ਇਸ ਗੱਲ 'ਤੇ ਕਹਿਣ ਲੱਗਾ, ਬੇਬੇ ਤੁਹਾਨੂੰ ਕੁਝ ਨਹੀਂ ਹੁੰਦਾ, ਮੈਂ ਕਿਤੇ ਨਹੀਂ ਜਾਣ ਦਿੰਦਾ ਤੁਹਾਨੂੰ। ਰੇਸ਼ਮ ਕੌਰ ਨੇ ਕਿਹਾ, ਬੱਚੇ, ਮਰਨਾ ਜਾਂ ਜਿਉਣਾ ਮੇਰੇ ਹੱਥ ਨਹੀਂ ਆ, ਪਰ ਹੁਣ ਮੇਰੀ ਸਿਹਤ ਜਵਾਬ ਦੇ ਰਹੀ ਆ। ਬੇਬੇ, ਤੇਰੇ ਪੁੱਤ ਕੋਲ ਪੈਸਾ ਏ, ਹੁਣ ਕਿਤੇ ਵੀ ਇਲਾਜ ਕਰਵਾ ਸਕਦਾ ਮੈਂ, ਜੈਲੇ ਨੇ ਕਿਹਾ। ਰੇਸ਼ਮ ਕੌਰ ਹੱਸਣ ਲੱਗੀ, ਪੁੱਤ, ਪੈਸਾ ਦੁਨੀਆ ਵਿੱਚ ਕੰਮ ਆਉਂਦਾ, ਰੱਬ ਦੀ ਕਚਹਿਰੀ ਵਿੱਚ ਨਹੀਂ। ਜਾਓ ਹੁਣ ਆਪਣੇ ਕੰਮ ਕਰੋ, ਬਸ ਜੋ ਮੈਂ ਕਿਹਾ ਉਸ 'ਤੇ ਧਿਆਨ ਦੇਣਾ ਬਸ। ਰਾਤ ਨੂੰ ਸਭ ਨੇ ਖਾਣਾ ਖਾਧਾ। ਅੱਜ ਜੈਲੇ ਨੇ ਤੇ ਲਵਲੀਨ ਨੇ ਖਾਣਾ ਬੇਬੇ ਲਾਗੇ ਬੈਠ ਕੇ ਖਾਧਾ। ਗੱਲਾਂ ਬਾਤਾਂ ਕਰਦੇ ਰਹੇ। ਰਾਤ ਦਾ ਕੰਮ ਖਤਮ ਕਰਕੇ ਜੈਲੇ ਤੇ ਲਵਲੀਨ ਆਪਣੇ ਕਮਰੇ 'ਚ ਜਾ ਕੇ ਸੌਂ ਗਏ। ਸਵੇਰੇ ਜਲਦੀ ਉੱਠਣਾ ਸੀ, ਕੰਮਕਾਰ ਵੀ ਬਹੁਤ ਸੀ। ਲਵਲੀਨ ਪਹਿਲ ਉੱਠ ਗਈ ਤੇ ਜੈਲਾ ਤੇ ਗੁਰਕਰਤਾਰ ਅਜੇ ਸੋ ਰਹੀ ਸੀ। ਲਵਲੀਨ ਨੇ ਬੇਬੇ ਦੇ ਕਮਰੇ ਵਿੱਚ ਨਜ਼ਰ ਮਾਰੀ ਤਾਂ ਬੇਬੇ ਵੀ ਅਜੇ ਸੋ ਰਹੀ ਸੀ। ਲਵਲੀਨ ਰਸੋਈ ਵਿੱਚ ਚਾਹ ਬਣਾਉਣ ਲੱਗ ਪਈ। ਚਾਹ ਬਣਾ ਕੇ ਉਹ ਬੇਬੇ ਲਈ ਲੈ ਕੇ ਗਈ। ਬੇਬੇ ਨੂੰ ਕਿਹਾ, ਬੇਬੇ ਜੀ, ਮੈਂ ਚਾਹ ਤੁਹਾਡੇ ਟੇਬਲ 'ਤੇ ਰੱਖ ਦਿੱਤੀ, ਪੀ ਲੈਣਾ। ਮੈਂ ਇਹਨਾਂ ਨੂੰ ਵੀ ਚਾਹ ਦੇ ਆਵਾਂ। ਲਵਲੀਨ ਆਪਣੀ ਤੇ ਜੈਲੇ ਦੀ ਚਾਹ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ। ਜੈਲੇ ਨੂੰ ਉਠਾ ਕੇ ਦੋਨਾਂ ਨੇ ਇਕੱਠਿਆਂ ਨੇ ਚਾਹ ਪੀ ਲਈ। ਫਿਰ ਉਹ ਆਪਣਾ ਤੇ ਜੈਲੇ ਦਾ ਕੱਪ ਲਈ ਰਸੋਈ ਵੱਲ ਨੂੰ ਚਲੇ ਗਈ। ਰਸਤੇ 'ਚ ਬੇਬੇ ਦੇ ਕਮਰੇ ਵਿੱਚ ਗਈ ਤਾਂ ਬੇਬੇ ਦਾ ਕੱਪ ਚੁੱਕਣ ਲੱਗੀ ਤਾਂ ਚਾਹ ਉੱਦਾਂ ਹੀ ਸੀ ਕੱਪ ਵਿੱਚ। ਲਵਲੀਨ ਨੇ ਬੇਬੇ ਨੂੰ ਹਿਲਾਇਆ, ਬੇਬੇ ਜੀ, ਚਾਹ ਨਹੀਂ ਪੀਤੀ, ਪਰ ਬੇਬੇ ਤਾਂ ਕਦੋਂ ਦਾ ਹੀ ਸਾਹਾਂ ਨੂੰ ਜਵਾਬ ਦੇ ਚੁੱਕੀ ਸੀ। ਬੇਬੇ ਵੱਲੋਂ ਕੋਈ ਹਿਲਜੁਲ ਨਾ ਹੋਣ ਕਰਕੇ ਲਵਲੀਨ ਘਬਰਾ ਗਈ। ਉਸਨੇ ਜੈਲੇ ਨੂੰ ਆਵਾਜ਼ ਮਾਰੀ ਜ਼ੋਰ ਨਾਲ। ਜੈਲਾ ਭੱਜ ਆਇਆ ਤਾਂ ਲਵਲੀਨ ਨੇ ਦੱਸਿਆ ਕਿ ਬੇਬੇ ਜੀ ਬੋਲ ਨਹੀਂ ਰਹੇ। ਫਿਰ ਜੈਲੇ ਨੇ ਵੀ ਕਾਫੀ ਕੋਸ਼ਿਸ਼ ਕੀਤੀ, ਪਰ ਸਰੀਰ ਵਿੱਚ ਕੁਝ ਸੀ ਹੀ ਨਹੀਂ ਤਾਂ ਬੇਬੇ ਬੋਲਦੀ ਕੀ। ਖੈਰ, ਜੈਲਾ ਤੇ ਲਵਲੀਨ ਸਮਝ ਗਏ ਸੀ। ਲਵਲੀਨ ਦਾ ਰੋ ਰੋ ਕੇ ਤਾਂ ਬੁਰਾ ਹਾਲ ਹੋ ਰਿਹਾ ਸੀ, ਕਿਉਂਕਿ ਲਵਲੀਨ ਤੇ ਬੇਬੇ ਦਾ ਆਪਸ ਵਿੱਚ ਪਿਆਰ ਬਹੁਤ ਸੀ। ਗਵਾਂਢੀ ਵੀ ਇਕੱਠੇ ਹੋ ਗਏ ਸੀ।
ਜੈਲੇ ਨੇ ਆਪਣੀ ਵੱਡੀ ਭੈਣ ਨੂੰ ਵੀ ਬੁਲਾ ਲਿਆ ਸੀ ਫ਼ੋਨ ਕਰਕੇ। ਅਜੇ ਕੱਲ੍ਹ ਹੀ ਬੇਬੇ ਨੇ ਕਿਹਾ ਸੀ ਕਿ ਮੈਨੂੰ ਪਿੰਡ ਲੈ ਜਾਵੀਂ। ਬੇਬੇ ਇੰਨੀ ਜਲਦੀ ਛੱਡ ਦੇਣਾ ਸੀ? ਜੈਲਾ ਵੀ ਬਹੁਤ ਰੋ ਰਿਹਾ ਸੀ। ਫਿਰ ਕਈ ਸਿਆਣੇ ਤੇ ਰਿਸ਼ਤੇਦਾਰਾਂ ਨੇ ਇਹੀ ਕਿਹਾ ਕਿ ਪਿੰਡ ਲੈ ਜਾਓ ਤੇ ਉੱਥੇ ਹੀ ਸੰਸਕਾਰ ਕਰੋ, ਕਿਉਂਕਿ ਉਹਨਾਂ ਦੀ ਆਖਰੀ ਇੱਛਾ ਵੀ ਇਹੀ ਸੀ। ਜੈਲੇ ਨੇ ਪਿੰਡ ਫ਼ੋਨ ਕਰਕੇ ਤੇ ਗਵਾਂਢੀ ਤੇ ਹੋਰ ਯਾਰਾਂ ਦੋਸਤਾਂ ਨੂੰ ਇੰਤਜ਼ਾਮ ਕਰਨ ਨੂੰ ਕਹਿ ਦਿੱਤਾ। ਜੈਲੇ ਨੇ ਪਿੰਡ ਕਹਿਣ ਅਨੁਸਾਰ ਹੀ ਪਿੰਡ ਬੇਬੇ ਦਾ ਸੰਸਕਾਰ ਕੀਤਾ ਤੇ ਜੋ ਵੀ ਰੀਤੀ ਰਿਵਾਜ ਨਾਲ ਹੋ ਸਕਦਾ ਸੀ ਸਭ ਪਿੰਡ ਹੀ ਕੀਤਾ। ਸਭ ਕੁਝ ਕਰਕੇ ਵਾਪਸ ਸ਼ਹਿਰ ਆ ਗਿਆ। ਪਿੰਡ ਫਿਰ ਗੇਟ ਤੇ ਜਿੰਦਾ ਲਟਕਾ ਦਿੱਤਾ। ਅੱਜ ਜਦੋਂ ਜੈਲਾ ਪਿੰਡ ਆਇਆ ਤਾਂ ਜਿੰਦੇ ਵੱਲ ਦੇਖ ਰਿਹਾ ਸੀ। ਬਾਪੂ ਤੇ ਬੇਬੇ ਨੂੰ ਗਿਆ ਬਹੁਤ ਸਾਲ ਹੋ ਗਏ ਸੀ। ਅੱਜ ਜੈਲਾ ਜਿੰਦੀ ਨੂੰ ਦੇਖ ਕੇ ਸੋਚ ਰਿਹਾ ਸੀ ਕਾਸ਼ ਪਿੰਡ ਵਿੱਚ ਹੀ ਕੁਝ ਕਰ ਲੈਂਦਾ। ਖੈਰ ਉਹ ਸਮਾਂ ਹੱਥੋਂ ਜਾ ਚੁੱਕਾ ਸੀ ਤੇ ਗਿਆ ਸਮਾਂ ਕਦੀ ਵਾਪਸ ਨਹੀਂ ਆਉਂਦਾ। ਜੈਲੇ ਨੇ ਗੇਟ ਦਾ ਜਿੰਦਾ ਖੋਲ੍ਹਿਆ ਤੇ ਅੰਦਰ ਗਿਆ। ਅੰਦਰ ਬਹੁਤ ਉਜਾੜ ਪਿਆ ਹੋਇਆ ਸੀ। ਜੈਲੇ ਨੇ ਕੁਝ ਮਜ਼ਦੂਰ ਬੁਲਾ ਕੇ ਸਭ ਸਾਫ਼ ਕਰਵਾਇਆ। ਸ਼ਾਮ ਨੂੰ ਜੈਲਾ ਵਾਪਸ ਸ਼ਹਿਰ ਆ ਗਿਆ। ਲਵਲੀਨ ਨੂੰ ਕਿਹਾ, ਲਵਲੀਨ ਸਾਡਾ ਕੰਮ ਚੱਲੀ ਜਾ ਰਿਹਾ ਹੈ। ਗੁਰਕਰਤਾਰ ਵੀ ਵੱਡੀ ਕਲਾਸ ਵਿੱਚ ਹੈ, ਹੁਣ ਉਹ ਵੱਡਾ ਵੀ ਹੋ ਗਿਆ ਹੈ। ਆਪਾਂ ਇੱਕ ਕੰਮ ਕਰੀਏ, ਅਸੀਂ ਪਿੰਡ ਵਾਲੇ ਘਰ ਵਿੱਚ ਜਾ ਕੇ ਰਹੀਏ। ਲਵਲੀਨ ਇਹ ਸੁਣ ਕੇ ਬਹੁਤ ਖੁਸ਼ ਹੋਈ ਤੇ ਕਹਿਣ ਲੱਗੀ, ਤੁਸੀਂ ਪਹਿਲਾਂ ਮੰਨ ਜਾਂਦੇ ਤਾਂ ਅੱਜ ਦਿਲ 'ਤੇ ਬੋਝ ਨਾ ਹੁੰਦਾ। ਪਰ ਚਲੋ ਕੋਈ ਨਹੀਂ, ਸ਼ਾਇਦ ਸਾਡੇ ਉੱਥੇ ਰਹਿਣ ਨਾਲ ਬੇਬੇ ਬਾਪੂ ਸਾਨੂੰ ਦੇਖ ਕੇ ਖੁਸ਼ ਹੋ ਜਾਣ। ਜੈਲੇ ਨੇ ਪਿੰਡ ਵਾਲੇ ਘਰ ਦੀ ਮੁਰੰਮਤ ਕਰਵਾ ਦਿੱਤੀ ਤੇ ਪਿੰਡ ਵਿੱਚ ਰਹਿਣ ਲੱਗਾ ਤੇ ਕਦੀ ਸ਼ਹਿਰ ਆ ਕੇ ਕੰਮ-ਕਾਜ ਦੇਖ ਜਾਂਦਾ। ਕਦੀ-ਕਦੀ ਆਪਣੀ ਭੈਣ ਨੂੰ ਵੀ ਪਿੰਡ ਬੁਲਾ ਲੈਂਦਾ ਕਿ ਬਚਪਨ ਯਾਦ ਕਰਾਂਗੇ। ਦਰੱਖਤ ਨਾਲੋਂ ਜਦੋਂ ਕੋਈ ਪੱਤਾ ਟੁੱਟਦਾ ਹੈ ਤਾਂ ਸੁੱਕ ਜਾਂਦਾ ਹੈ, ਇਸ ਲਈ ਆਪਣੇ ਵਜੂਦ ਨਾਲ ਹਮੇਸ਼ਾ ਜੁੜੇ ਰਹਿਣਾ ਚਾਹੀਦਾ ਹੈ। ਧੰਨਵਾਦ ਜੀ। ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਪਲੀਜ਼ ਲਾਈਕ ਕਰਨਾ, ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ ਜੀ।